ਗੁਰਬਾਣੀ ਸੰਵਾਦ ਵਿਦ ਭਾਈ ਜਸਬੀਰ ਸਿੰਘ ਤੇ ਕੈਨੇਡੀਅਨ ਸਿੱਖ ਸਟੱਡੀ ਸੈਂਟਰ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਡਾਕਟਰ ਜਗਜੀਤ ਸਿੰਘ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਚੈਨਲ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਗੁਰਬਾਣੀ ਵਿੱਚ ਜਿਹੜੇ ਸਾਡੇ ਕੁਝ ਭੁਲੇਖੇ ਪੈ ਜਾਂਦੇ ਆ ਜਾਂ ਅਸੀਂ ਉਹਨਾਂ ਬਾਰੇ ਅਸੀਂ ਵਿਚਾਰ ਕਰਦੇ ਹਾਂ ਤੇ ਤਾਂ ਕਿ ਅਸੀਂ ਠੀਕ ਤਰੀਕੇ ਨਾਲ ਗੁਰਬਾਣੀ ਨੂੰ ਸਮਝ ਸਕੀਏ ਤੇ ਆਪਣਾ ਜੀਵਨ ਉਹਦੇ ਅਨੁਸਾਰ ਲਾ ਸਕੀਏ। ਇਹਦੇ ਵਿੱਚ ਸਾਡਾ ਸਾਥ ਦੇ ਰਹੇ ਆ ਭਾਈ ਸਾਹਿਬ ਭਾਈ ਜਸਬੀਰ ਸਿੰਘ ਜੀ। ਭਾਈ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਅਸੀਂ ਪਿਛਲੇ 3 ਐਪੀਸੋਡ ਤੋਂ ਕਰ ਰਹੇ ਹਾਂ ਸੁੱਖ ਤੇ ਦੁੱਖ ਦੀ ਗੱਲ ਸੁੱਖ ਦੀ ਗੱਲ ਕਰ ਰਹੇ ਸੀ, ਡਿਫਰੈਂਟ ਥਾਵਾਂ ਤੇ ਕਿਸ ਤਰੀਕੇ ਨਾਲ ਕਿਹੜੀ ਚੀਜ਼ ਸੁੱਖ ਹੈ। ਅਸੀਂ ਸੁੱਖ ਬਾਰੇ ਤਾਂ ਪਿਛਲੀ ਵਾਰੀ ਕਾਫੀ ਡਿਟੇਲ ਵਿੱਚ ਗੱਲ ਕੀਤੀ, ਪਰ ਸੁੱਖ ਦੇ ਨਾਲ ਸਾਨੂੰ ਕੁਐਸਚਨ ਇਹ ਵੀ ਹੈ ਕਿ ਜੇ ਉਲਟਾ ਦਾ ਦੁੱਖ ਕੀ ਚੀਜ਼ ਹੈ। ਅਸੀਂ ਦੁੱਖ ਕਿਹਨੂੰ ਮੰਨਦੇ ਹਾਂ, ਕੀ ਫਿਜ਼ੀਕਲ ਮੰਨਦੇ ਹਾਂ, ਕੀ ਗੁਰੂ ਕੋਲ ਜਾ ਕੇ ਸਾਡੇ ਕਿਹੜੇ ਦੁੱਖ ਦੂਰ ਹੁੰਦੇ ਆ। ਕੁਐਸਚਨ ਇਹ ਵੀ ਹੈ, ਜਦ ਕਿ ਕਈ ਗੁਰੂ ਮਹਾਰਾਜ ਖੁਦ ਹਰ ਵੇਲੇ ਸ਼ਬਦ ਗੁਰੂ ਨਾਲ ਜੁੜੇ ਰਹੇ, ਬਾਣੀ ਉਹਨਾਂ ਦੇ ਵਿੱਚ ਵਸਦੀ ਸੀ, ਫਿਰ ਵੀ ਉਹਨਾਂ ਨੂੰ ਫਿਜ਼ੀਕਲ ਦੁੱਖ ਆਏ। ਉਹਨਾਂ ਦੇ ਕਿਹੜੇ ਦੁੱਖ ਦੂਰ ਨਹੀਂ ਹੋਏ, ਇਹ ਬੜਾ ਵੱਡਾ ਇੱਕ ਆਮ ਤੌਰ ਤੇ ਪੁੱਛਿਆ ਜਾਂਦਾ। ਸੋ ਪਹਿਲੇ ਅਸੀਂ ਇਹ ਸ਼ਬਦਾਵਲੀ ਵਿੱਚ ਇਹ ਸਮਝਣ ਦੀ ਕੋਸ਼ਿਸ਼ ਕਰੀਏ ਕਿ ਗੁਰਬਾਣੀ ਵਿੱਚ ਜਾਂ ਗੁਰਬਾਣੀ ਦੇ ਕੰਟੈਕਸਟ ਵਿੱਚ ਦੁੱਖ ਕਿਹਨੂੰ ਕਿਹਾ ਜਾਂਦਾ। ਤੇ ਦੂਜਾ ਸਵਾਲ ਇਹ ਆਏਗਾ ਕਿ ਗੁਰੂ ਕੋਲੋਂ ਕਿਹੜੇ ਦੁੱਖ ਦੂਰ ਹੁੰਦੇ ਆ ਗੁਰੂ ਨਾਲ ਜੁੜੇ। ਸੋ ਇਹ ਦੋ ਕੁਐਸਚਨਾਂ ਤੇ ਅੱਜ ਦੀ ਸਾਡੀ ਜਿਹੜੀ ਵੀਡੀਓ ਹੈ ਉਹ ਫੋਕਸਡ ਰਹੇਗੀ ਜੀ। ਹਾਂਜੀ, ਦੁੱਖ ਬਾਰੇ ਪਹਿਲੇ ਤੇ ਫਿਰ ਅਸੀਂ ਅੱਜ ਇਹ ਠੀਕ ਆ ਕਿ ਜੇ ਅਸੀਂ ਆਮ ਜਦੋਂ ਗੱਲ ਕਰਦੇ ਹਾਂ ਦੁੱਖ ਦੀ, ਤਾਂ ਸਾਡੇ ਸਾਹਮਣੇ ਜੋ ਆਮ ਪਰਿਭਾਸ਼ਾ ਦੁੱਖ ਦੀ, ਜੋ ਤਕਲੀਫ ਆ, ਦੁੱਖ ਆ, ਚਾਹੇ ਰੋਗ ਦੇ ਰੂਪ ਵਿੱਚ ਆ, ਚਾਹੇ ਪਰੇਸ਼ਾਨੀ ਦੇ ਰੂਪ ਵਿੱਚ ਆ, ਚਾਹੇ ਕਿਸੇ ਹੋਰ ਰੂਪ ਵਿੱਚ ਆ, ਸਾਡਾ ਧਿਆਨ ਜਿਹੜਾ ਇਹਨਾਂ ਵੱਲ ਜਾਂਦਾ। ਹਾਂਜੀ, ਇਹਦੇ ਵਿੱਚ ਵੀ ਕੋਈ ਦੁਰਾਵਾ ਨਹੀਂ ਕਿ ਇਹ ਵੀ ਦੁੱਖ ਦਾ ਹੀ ਰੂਪ ਆ। ਠੀਕ, ਗੁਰਬਾਣੀ ਵਿੱਚ ਜੋ ਦੁੱਖਾਂ ਦੀ ਗੱਲ ਕੀਤੀ ਆ, ਤਾਂ ਇਹਨਾਂ ਨੂੰ ਵੀ ਦੁੱਖ ਮੰਨਿਆ ਹੋਇਆ, ਇਹ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਹਾਂਜੀ, ਪਰ ਜਿਸ ਦੁੱਖ ਦੀ ਗੁਰਬਾਣੀ ਵਾਰ-ਵਾਰ ਗੱਲ ਕਰਦੀ ਆ, ਇਸ ਗੱਲ ਉਤੇ ਜ਼ੋਰ ਦਿੰਦੀ ਆ ਕਿ ਗੁਰੂ ਦੀ ਸ਼ਰਨ ਪਿਆ, ਰੱਬ ਦਾ ਨਾਂ ਲਿਆ, ਰੱਬ ਨੂੰ ਅਰਾਧਿਆ, ਅਰਾਧਨ ਵਾਲੇ ਦੇ, ਗੁਰੂ ਦੀ ਸ਼ਰਨ ਆਉਣ ਵਾਲੇ ਦੇ ਦੁੱਖ ਮਿਟ ਜਾਂਦੇ ਆ, ਦੁੱਖ ਉਹਦੇ ਨੇੜੇ ਨਹੀਂ ਆਉਂਦੇ। ਤਾਂ ਇੱਥੇ ਜਿਹੜਾ ਦੁੱਖ ਦਾ ਭਾਵ ਆ, ਉਹ ਜੋ ਅਸੀਂ ਆਮ ਸਮਝਦੇ ਹਾਂ ਜਾਂ ਸਾਡੇ ਕੋਸ਼ਾਂ ਵਿੱਚ ਦੁੱਖ ਦਾ ਜੋ ਭਾਵ ਆ, ਜੋ ਪਰਿਭਾਸ਼ਾ, ਦੁੱਖ ਸ਼ਬਦ ਇੱਥੋਂ ਤੱਕ ਸੀਮਤ ਨਹੀਂ। ਅਸੀਂ ਪਹਿਲਾਂ ਥੋੜ੍ਹੀ ਜਿਹੀ ਸੰਖੇਪ ਵਿੱਚ ਅਸੀਂ ਇਹ ਵੀ ਸ਼ੁਰੂ ਵਿੱਚ ਹੀ ਜਿਹੜੀ ਆ ਸਪਸ਼ਟ ਕਰ ਦਈਏ ਕਿ ਅਸੀਂ ਦੁੱਖ ਸ਼ਬਦ ਦੀ ਇੱਥੇ ਕੋਈ ਦਾਰਸ਼ਨਿਕ ਜਿਹੜੀ ਆ ਉਹ ਵਿਆਖਿਆ ਨਹੀਂ ਕਰ ਰਹੇ, ਉਦੇਸ਼ ਪੱਖੋਂ ਇਹਦੀ ਕੋਈ ਵਿਸਤ੍ਰਿਤ ਚਰਚਾ ਨਹੀਂ ਕਰ ਰਹੇ। ਹਾਂ, ਜਿਹੜਾ ਇਹ ਚਰਚਾ ਦੌਰਾਨ ਕੁਝ ਕੁ ਇਹਦਾ ਅੰਸ਼ ਆ ਜਾਣਾ ਸੁਭਾਵਿਕ ਆ, ਪਰ ਮੁੱਖ ਰੂਪ ਵਿੱਚ ਸਾਡਾ ਆਸ਼ਾ ਕੋਈ ਦਾਰਸ਼ਨਿਕ ਪੱਖੋਂ ਇਹਦੀ ਚਰਚਾ ਕਰਨਾ ਨਹੀਂ। ਤੋ ਸ਼ਾਸਤਰਾਂ ਵਿੱਚ ਖਾਸ ਤੌਰ ਤੇ ਜਿਹੜਾ ਸ਼ਾਂਖ ਸ਼ਾਸਤਰ ਆ, ਉਹਨੇ ਦੁੱਖਾਂ ਨੂੰ 3 ਹਿੱਸਿਆਂ ਵਿੱਚ ਵੰਡਿਆ ਹੋਇਆ। ਗੁਰਬਾਣੀ ਵਿੱਚ ਵੀ ਜਿਹੜੀ ਸ਼ਾਂਖ ਦੀ ਸ਼ਾਸਤਰ ਦੀ ਜਿਹੜੀ ਪਰਿਭਾਸ਼ਾ ਕੀਤੀ ਆ, ਉਹਨੇ ਜਿਹੜੀ ਵੰਡ ਕੀਤੀ ਹੋਈ ਹੈ, ਵਰਗੀਕਰਨ ਕੀਤਾ ਹੋਇਆ, ਇਹਦਾ ਗੁਰਬਾਣੀ ਵਿੱਚ ਵੀ ਕਈ ਥਾਂ ਸਾਨੂੰ ਹਵਾਲੇ ਮਿਲਦੇ ਆ। ਜਿਵੇਂ ਜਦੋਂ ਮਹਾਰਾਜ ਫਰਮਾਉਂਦੇ ਆ ਕਿ ਤੀਨੇ ਤਾਪ ਨਿਵਾਰਨ ਹਾਰਾ, ਦੁੱਖ ਹੰਤਾ ਸੁਖ ਰਾਸ। ਤਾਂ 3 ਤਾਪ ਤੋਂ ਇੱਥੇ ਭਾਵ ਉਹਨਾਂ 3 ਦੁੱਖਾਂ ਤੋਂ ਆ ਜਿਹੜਾ ਸ਼ਾਂਖ ਸ਼ਾਸਤਰ ਦੇ ਕਰਤੇ ਨੇ ਇਹਨਾਂ ਦੁੱਖਾਂ ਦਾ ਵਰਗੀਕਰਨ ਕੀਤਾ ਹੋਇਆ। ਇਹਨਾਂ ਨੂੰ ਆਦ ਵਿਆਦ ਉਪਾਦ ਵੀ ਕਹਿੰਦੇ ਆ। ਸੋ ਜਿਹੜਾ ਅਧਿਆਤਮਿਕ ਜਿਹੜਾ ਦੁੱਖ ਦਾ ਪਹਿਲਾ ਰੂਪ ਆ, ਇਹਦਾ ਭਾਵ ਉਹਨਾਂ ਨੇ ਲਿਆ ਕਿ ਜਿਹੜਾ ਸਰੀਰ ਤੇ ਮਨ ਦੇ ਜਿਹੜੇ ਰੋਗ ਆ, ਜਿਹੜੇ ਮਨ ਦੇ ਰੋਗ ਖਾਸ ਤੌਰ 'ਤੇ ਕ੍ਰੋਧ ਦੇ ਰੂਪ ਵਿੱਚ, ਮੋਹ ਦੇ ਰੂਪ ਵਿੱਚ, ਇਹ ਜਿਹੜੇ ਸਾਨੂੰ ਦੁੱਖ ਵਿਆਪਦੇ ਆ, ਇਹ ਦੁੱਖ ਦਾ ਉਹਨਾਂ ਨੇ ਪਹਿਲਾ ਵਰਗੀਕਰਨ ਕੀਤਾ। ਜਾਂ ਤਨ ਦੇ ਜਿਹੜੇ ਰੋਗ ਆਉਂਦੇ ਆ, ਸਾਨੂੰ ਕਈ ਤਰ੍ਹਾਂ ਦੇ ਰੋਗ ਵਿਆਪਦੇ ਆ। ਦੂਜਾ ਜਿਹੜਾ ਉਹਨਾਂ ਨੇ ਰੂਪ ਦੱਸਿਆ ਉਹ ਅਧਿਭੌਤਿਕ ਆ, ਜਿਹੜਾ ਮਨੁੱਖਾਂ ਨੂੰ ਜੀਵਾਂ ਤੋਂ ਪ੍ਰਾਪਤ ਹੁੰਦਾ। ਭਾਵ ਜਿਵੇਂ ਸੱਪ ਡਸ ਜਾਂਦਾ, ਉਹਦੇ ਡਸਣ ਕਾਰਨ ਜਿਹੜਾ ਤਕਲੀਫ ਹੁੰਦੀ ਆ, ਜਾਂ ਕੋਈ ਉਹ ਜਿਹੇ ਮੱਛਰ ਜਿਹੜਾ ਡੰਗ ਮਾਰਦਾ, ਉਹਦੇ ਨਾਲ ਸਾਨੂੰ ਪ੍ਰੋਬਲਮ ਆਉਂਦੀ ਆ, ਜਾਂ ਸ਼ੇਰ, ਚੀਤੇ ਆਦਿ ਇਹ ਜਿਹੜੇ ਜਾਨਵਰ ਆ, ਜਿਹੜਾ ਦੁੱਖ ਇਹਨਾਂ ਤੋਂ ਮਿਲਦਾ
ਇਹਨੂੰ ਉਹਨਾਂ ਦੁੱਖ ਦਾ ਅਦਭੁਤਕ ਰੂਪ ਆਖਿਆ ਕਿ ਇਹ ਇਹਦਾ ਦੂਜਾ ਰੂਪ ਆ। ਜਿਹੜਾ ਤੀਜਾ ਰੂਪ ਆ ਉਹਨੂੰ ਨਾ ਅਦਿਧੈਵਕ ਆਖਿਆ ਕਿ ਜਿਹੜਾ ਪ੍ਰਾਕ੍ਰਿਤ ਸ਼ਕਤੀਆਂ ਜਿਹੜੀਆਂ ਪ੍ਰਾਕ੍ਰਿਤਕ ਉਹਨਾਂ ਤੋਂ ਜਿਹੜਾ ਮਨੁੱਖ ਨੂੰ ਦੁੱਖ ਮਿਲਦਾ, ਕਸ਼ਟ ਮਿਲਦਾ, ਜਿਵੇਂ ਸਰਦੀ, ਹਨੇਰੀ, ਮੀਂਹ ਇਤਿਆਦਿਕ ਜਿਹੜੇ ਆ ਇਹ ਪ੍ਰਾਕ੍ਰਿਤਕ ਹੋ ਗਏ, ਜਿਹੜਾ ਸੁਨਾਮੀ ਹੋ ਗਈ, ਹਾਂ ਇਹ ਪ੍ਰਾਕ੍ਰਿਤਕ ਜਿਹੜੇ ਆ, ਇਹ ਪ੍ਰਾਕ੍ਰਿਤਕ ਦੁੱਖ ਆ। ਇਹਨੂੰ ਜਿਹੜਾ ਉਹਨਾਂ ਨੇ ਅਦਿਧੈਵਕ ਦੁੱਖ ਆਖਿਆ। ਠੀਕ। ਇਹ ਉਹਨਾਂ ਨੇ ਇਹ ਵਰਗੀਕਰਨ ਕੀਤਾ ਆ ਦੁੱਖਾਂ ਦਾ। ਆਮ ਤੌਰ ਤੇ ਜਦੋਂ ਦੁੱਖਾਂ ਦੀ ਗੱਲ ਕਰਦੇ ਆ, ਖਾਸ ਤੌਰ ਤੇ ਜਿਹੜੀ ਭਾਰਤੀ ਸੰਸਕ੍ਰਿਤੀ ਆ, ਤਾਂ ਦੁੱਖਾਂ ਦਾ ਇਹ ਜਿਹੜਾ ਵਰਗੀਕਰਨ ਆ, ਇਹਨਾਂ ਦਾ ਹੀ ਜ਼ਿਕਰ ਕਰਦੇ ਆ। ਦੁੱਖ ਸ਼ਬਦ ਨੂੰ ਇੱਥੋਂ ਤੱਕ ਸੀਮਤ ਰੱਖਦੀ ਆ। ਹਾਂ, ਜਿਹੜੀ ਮਨੋਵਿਗਿਆਨਕ ਦੀ ਜਿਹੜੀ ਭਾਸ਼ਾ, ਉਹਦੀ ਜਿਹੜੀ ਪਰਿਭਾਸ਼ਾ ਉਹ ਥੋੜ੍ਹੀ ਇਹਨੂੰ ਵੱਖਰੀ ਆ। ਮੈਡੀਕਲ ਦੀ ਦੁਨੀਆ ਵਿੱਚ ਜਿਹੜੀ ਆ ਉਹ ਦੁੱਖਾਂ ਦਾ ਵਰਗੀਕਰਨ ਵੱਖਰਾ ਕੀਤਾ ਆ। ਪਰ ਜੇ ਕੁੱਲ ਮਿਲਾ ਕੇ ਦੇਖੀਏ ਤਾਂ ਬਹੁਤਾ ਫਰਕ ਨਹੀਂ। ਜਿਹੜਾ ਥੋੜ੍ਹਾ ਜਿਹਾ ਸ਼ਬਦਾਵਲੀ ਵੱਖਰੀ ਆ, ਤੁਨੀਕੀ ਦਾ ਫਰਕ ਆ, ਕੋਈ ਜ਼ਿਆਦਾ ਫਰਕ ਨਹੀਂ ਆਉਂਦਾ। ਜਿਵੇਂ ਜੇ ਅਸੀਂ ਮੈਡੀਕਲ ਦੀ ਜਿਹੜੀ ਭਾਸ਼ਾ ਵਿੱਚ ਜਦੋਂ ਜਿਹੜੇ ਦੁੱਖ ਆ ਉਹਨਾਂ ਦਾ ਵਰਗੀਕਰਨ ਕਰਨਾ ਹੋਵੇ ਤਾਂ ਉਹ ਜਿਹੜੇ ਅਕਿਊਟ, ਕ੍ਰੋਨਿਕ, ਇਹ ਦੋ ਵਰਗੀਕਰਨ ਕੀਤੇ ਹੋਏ ਆ। ਜਿਹੜਾ ਮਨੋਵਿਗਿਆਨਕ ਤੌਰ ਤੇ ਜਿਹੜਾ ਇੱਕ ਦੁੱਖ ਉਹਨਾਂ ਨੇ ਉਹਨੂੰ ਵੀ ਜਿਹੜਾ ਇੱਕ ਦੁੱਖ ਦਾ ਕਾਰਨ ਮੰਨਿਆ ਹੋਇਆ ਕਿ ਫਿਜ਼ੀਕਲੀ ਕੋਈ ਨਜ਼ਰ ਨਹੀਂ ਆਉਂਦਾ। ਇਸ ਤੋਂ ਇਲਾਵਾ ਜਿਹੜਾ ਉਹ ਨੋਸੀਸੈਪਟਿਵ ਜਾਂ ਨਿਊਰੋਪੈਥਿਕ, ਇਹ ਉਹਨਾਂ ਇਸ ਤਰ੍ਹਾਂ ਦਾ ਵਰਗੀਕਰਨ ਕੀਤੇ ਹੋਏ ਆ। ਪਰ ਗੁਰਬਾਣੀ ਵਿੱਚ ਜਿਹੜਾ ਪਰੰਪਰਾਗਤ ਵਰਗੀਕਰਨ ਆ ਦੁੱਖ ਦਾ, ਉਹ ਤਾਂ ਉਹਦੇ ਹਵਾਲੇ ਤਾਂ ਮਿਲਦੇ ਆ। ਪਰ ਇਸ ਤੋਂ ਇਲਾਵਾ ਗੁਰੂ ਸਾਹਿਬ ਨੇ ਇਹਦੇ ਨਵੀਂ ਸਿਰੋਂ ਵੀ ਪਰਿਭਾਸ਼ਾ ਕੀਤੀ ਹੋਈ ਹੈ, ਦੁੱਖਾਂ ਦਾ ਵਰਗੀਕਰਨ ਕੀਤਾ ਹੋਇਆ, ਆਪਾਂ ਇਸ ਤਰ੍ਹਾਂ ਕਹਿ ਸਕਦੇ ਹਾਂ। ਜਿਵੇਂ ਗੁਰੂ ਨਾਨਕ ਸਾਹਿਬ ਦਾ ਇੱਕ ਪਾਵਨ ਫਰਮਾਨ ਆ ਕਿ ਦੁੱਖ ਵਿਛੋੜਾ, ਇੱਕ ਦੁੱਖ ਭੁੱਖ, ਇੱਕ ਦੁੱਖ ਸਖਤ ਵਾਰ ਜਮਦੂਤ, ਇੱਕ ਦੁੱਖ ਰੋਗ ਲੱਗੈ ਤਨ ਥਾਏ, ਵੈਦ ਨ ਭੋਲੇ ਦਾਰੂ ਲਾਏ, ਵੈਦ ਨ ਭੋਲੇ ਦਾਰੂ ਲਾਏ, ਦਰਦ ਹੋਵੇ ਦੁੱਖ ਰਹਿ ਸਰੀਰ, ਐਸਾ ਦਾਰੂ ਲੱਗੈ ਨਾ ਵੀਰ, ਖਸਮ ਵਿਸਾਰ ਕੀ ਰਸ ਭੋਗ, ਤਾਂ ਤਨ ਉਠ ਖਲੋਏ ਰੋਗ, ਮਨ ਅੰਦੇ ਕੋ ਮਿਲੈ ਸਜਾਏ, ਵੈਦ ਨ ਭੋਲੇ ਦਾਰੂ ਲਾਏ। ਇਹ ਵਰਗੀਕਰਨ ਗੁਰੂ ਨਾਨਕ ਸਾਹਿਬ ਨੇ ਦੁੱਖ ਦਾ ਕੀਤਾ ਹੋਇਆ। ਤੋ ਸੰਖੇਪ ਵਿੱਚ ਆਪਾਂ ਇਸ ਸੰਬੰਧ ਵਿੱਚ ਇੰਨਾ ਕਹਿ ਸਕਦੇ ਹਾਂ ਕਿ ਜੋ ਵਰਗੀਕਰਨ ਦੁੱਖਾਂ ਦਾ ਕੀਤਾ ਹੋਇਆ, ਭਾਵੇਂ ਉਹ ਮਨੋਵਿਗਿਆਨਕ ਭਾਸ਼ਾ ਵਿੱਚ ਉਹਦਾ ਵਰਗੀਕਰਨ ਕਰਦੇ ਆ, ਉਹਨੂੰ ਨਾਮ ਦਿੱਤੇ ਹੋਏ ਆ, ਚਾਹੇ ਮੈਡੀਕਲ ਦੀ ਦੁਨੀਆ ਵਿੱਚ ਉਸ ਦੀ ਭਾਸ਼ਾ ਵਿੱਚ ਨਾਂ ਦਿੱਤੇ ਆ, ਚਾਹੇ ਸ਼ਾਂਖ ਸ਼ਾਸਤਰ ਜਾਂ ਕਿਸੇ ਹੋਰ ਨੇ ਇਹਨਾਂ ਦਾ ਵਰਗੀਕਰਨ ਕੀਤਾ ਹੋਇਆ। ਗੁਰਬਾਣੀ ਵਿੱਚ ਜਦੋਂ ਮੁੱਖ ਰੂਪ ਵਿੱਚ ਗੱਲ ਕੀਤੀ ਹੋਈ ਆ ਕਿ ਦੁੱਖ ਜਿਹੜੇ ਆ ਉਹ ਪ੍ਰਭੂ ਦੀ ਸ਼ਰਨ ਵਿੱਚ ਆ, ਉਹਦਾ ਨਾਮ ਜਪਿਆ ਜਾਂ ਉਹਦੇ ਨਾਲ ਜੁੜੇ ਆ, ਭਾਵ ਉਹਦੇ ਗੁਣਾਂ ਨੂੰ ਅਪਣਾਇਆ ਹੀ ਮਿਟਦੇ ਆ, ਤਾਂ ਉਹ ਦੁੱਖ ਜਿਹੜੇ ਆ ਉਹ ਇਹਨਾਂ ਦੁੱਖਾਂ ਦੀ ਗੱਲ ਨਹੀਂ। ਇਹ ਆਪਾਂ ਸੰਖੇਪ ਵਿੱਚ ਆਖਣਾ ਹੋਵੇ ਤਾਂ ਆਪਾਂ ਇਹ ਦੋ ਟੂਕ ਇੰਨਾ ਹੀ ਕਹਿ ਸਕਦੇ ਆ। ਹਾਂ, ਇਹ ਠੀਕ ਆ ਕਿ ਬਹੁਤ ਸਾਰੇ ਜਿਹੜੇ ਸਰੀਰਕ ਦੁੱਖ ਆ, ਕਸ਼ਟ ਆ, ਰੋਗ ਆ, ਇਹ ਮਾਨਸਿਕ ਰੋਗ ਦਾ ਹੀ ਸਿੱਟਾ। ਇਹਦੇ ਵਿੱਚ ਕੋਈ ਦੁਰਾਵਾ ਨਹੀਂ ਕਿ ਜੇ ਸਾਡਾ ਮਨ ਬਲਵਾਨ ਆ ਤਾਂ ਸਾਨੂੰ ਬਹੁਤ ਸਾਰੇ ਜਿਹੜੇ ਸਰੀਰਕ ਰੋਗ ਆ ਉਹਨਾਂ ਤੋਂ ਬਚਿਆ ਜਾ ਸਕਦਾ। ਜਾਂ ਬਹੁਤ ਸਾਰੇ ਜਿਹੜੇ ਆ ਉਹ ਸਰੀਰਕ ਰੋਗ ਵੀ ਸਾਡੇ ਮਨ ਨੂੰ ਵੀ ਪ੍ਰਭਾਵਿਤ ਕਰਦੇ ਆ। ਤਨ ਅਤੇ ਮਨ ਦੋਹਾਂ ਨੂੰ ਜਿਹੜੇ ਆ ਦੋਵੇਂ ਪ੍ਰਭਾਵਿਤ ਹੁੰਦੇ ਆ। ਇਹਨੇ ਇੱਕ ਦੂਜੇ ਨੂੰ ਵੱਖਰੇ ਨਹੀਂ, ਜਿਵੇਂ ਕਈਆਂ ਨੇ ਵੱਖਰੇ ਕੀਤੇ ਹੋਏ ਆ, ਪਰ ਇਹ ਇੰਨੇ ਵੱਖਰੇ ਨੇ ਕਿ ਇੱਕ ਦੂਜੇ ਤੋਂ ਇਹ ਪ੍ਰਭਾਵਿਤ ਨਾ ਹੋਣ। ਜੇ ਅਸੀਂ ਇਹਨੂੰ ਬਿਲਕੁਲ ਸੰਖੇਪ ਵਿੱਚ ਆਖਣਾ ਹੋਵੇ ਤਾਂ ਮੰਨ ਲਓ ਕੋਈ ਬੰਦਾ ਨਸ਼ਾ ਕਰਦਾ, ਨਸ਼ਾ ਸਰੀਰ ਨੇ ਕੀਤਾ, ਪਰ ਨਸ਼ੇ ਨਾਲ ਮਨੁੱਖ ਦਾ ਜਿਹੜਾ ਸਭ ਕੁਝ ਪ੍ਰਭਾਵਿਤ ਹੁੰਦਾ। ਉਹਦੀ ਸੋਚਣ ਸ਼ਕਤੀ, ਉਹਦੀ ਬੋਲਣ ਸ਼ਕਤੀ, ਉਹਦੀ ਸੁਣਨ ਸ਼ਕਤੀ, ਉਹਦੀ ਸਮਝਣ ਦੀ ਸ਼ਕਤੀ, ਉਹਦੀ ਤੁਰਨ ਦੀ ਸ਼ਕਤੀ, ਗੱਲ ਕੀ ਕਿ ਹਰ ਚੀਜ਼ ਜਿਹੜੀ ਉਹ ਪ੍ਰਭਾਵਿਤ ਹੁੰਦੀ ਆ। ਉਹਦਾ ਮਨ ਪ੍ਰਭਾਵਿਤ ਹੁੰਦਾ। ਇਸੇ ਤਰ੍ਹਾਂ ਮਨੁੱਖ ਦਾ ਮਨ, ਮੰਨ ਲਓ ਮੈਂ ਬੈਠਿਆਂ ਕੋਈ ਐਸੀ ਖਬਰ ਆ ਜਾਂਦੀ ਆ, ਕੋਈ ਨਿਊਜ਼ ਆ ਜਾਂਦੀ ਆ ਜਿਹੜੀ ਕਿ ਮੇਰੇ ਲਈ ਬੜੀ ਦੁਖਦਾਇਕ ਆ, ਮੈਨੂੰ ਕੋਈ ਉਹਦਾ ਚੋਟ ਨਹੀਂ ਲੱਗੀ, ਕੋਈ ਫਿਜ਼ੀਕਲੀ ਸਰੀਰਕ ਤੌਰ ਤੇ ਮੇਰਾ ਕੋਈ ਸਾਰਾ ਕੋਈ ਜ਼ਖਮ ਨਹੀਂ ਹੋਇਆ, ਪਰ ਮੈਂ ਇੱਕਦਮ ਉਦਾਸ ਹੋ ਜਾਊਂਗਾ, ਮੈਂ ਕੁਝ ਕਰਨ ਦੀ ਹਾਲਤ ਵਿੱਚ ਨਾ ਰਹੂੰਗਾ, ਮੇਰੇ ਪੈਰ ਸੁੰਨ ਹੋ ਜਾਣਗੇ।
ਸਰੀਰ ਨੂੰ ਕਿਸੇ ਨੇ ਕੁਝ ਨਹੀਂ ਕਿਹਾ, ਮੇਰੇ ਕੰਨਾਂ ਤੱਕ ਆਵਾਜ਼ ਪਹੁੰਚੀ ਆ, ਅੰਦਰ ਖਬਰ ਪਹੁੰਚੀ ਆ, ਜੋ ਸਿਸਟਮ ਕੁਦਰਤ ਨੇ ਬਣਾਇਆ, ਤਾਂ ਉਹਦੇ ਨਾਲ ਮੇਰਾ ਸਰੀਰ ਵੀ ਪ੍ਰਭਾਵਿਤ ਹੁੰਦਾ। ਤਾਂ ਇਹਦੇ ਵਿੱਚ ਕੋਈ ਇਨਕਾਰ ਨਹੀਂ ਕੀਤਾ ਜਾ ਸਕਦਾ। ਇਹ ਜਿਹੜੀ ਜ਼ਮੀਨੀ ਹਕੀਕਤ ਆ, ਇਹ ਦੋਨੋਂ ਇੱਕ ਦੂਜੇ ਤੋਂ ਪ੍ਰਭਾਵਿਤ ਹੁੰਦੇ ਆ। ਤਾਂ ਇਸ ਲਈ ਗੁਰੂ ਸਾਹਿਬ ਜਦੋਂ ਗੱਲ ਕਰਦੇ ਆ ਕਿ ਜੇ ਤੂੰ ਇਹ ਰਾਹ ਅਪਣਾਵੇਂਗਾ, ਇਸ ਰਾਹ ਤੋਂ ਭਾਵ ਇਹ ਆ ਕਿ ਜਦੋਂ ਅਸੀਂ ਰੱਬੀ ਰਜ਼ਾ ਨੂੰ ਅਸੀਂ ਸਮਝ ਲਵਾਂਗੇ, ਗੁਰੂ ਨੇ ਦੋ ਟੁਕ ਫੈਸਲਾ ਦਿੱਤਾ ਹੋਇਆ ਕਿ ਜਿੰਨਾ ਚਿਰ ਕੋਈ ਮਨੁੱਖ ਰੱਬ ਦੇ ਹੁਕਮ ਨੂੰ ਬੁੱਝ ਕੇ ਸਮਝ ਕੇ ਉਹਨੂੰ ਫਾਲੋ ਨਹੀਂ ਕਰਦਾ, ਉਹਨੂੰ ਨਹੀਂ ਮੰਨਦਾ, ਉਹਨਾਂ ਚਿਰ ਮਨੁੱਖ ਮਾਨਸਿਕ ਤਲ 'ਤੇ ਕੋਈ ਸੁਖੀ ਨਹੀਂ ਹੋ ਸਕਦਾ। ਇਹ ਬੜੀ ਨਿਰਣਾਇਕ ਗੁਰਬਾਣੀ ਵੀ ਗੱਲ ਦੱਸੀ ਹੋਈ ਆ ਕਿ ਜਬ ਲਗ ਹੁਕਮ ਨਾ ਬੂਝਤਾ ਤਬ ਹੀ ਲੋ ਦੁਖੀਆ, ਪਰ ਜਦੋਂ ਗੁਰਮਿਲ ਹੁਕਮ ਪਛਾਣਿਆ ਤਬ ਹੀ ਤੇ ਸੁਖੀਆ। ਜਦੋਂ ਇਹ ਹੁਕਮ ਨੂੰ ਬੁੱਝ ਲੈਂਦਾ, ਆਪਾਂ ਹੁਕਮ ਬਾਰੇ ਕਿਤੇ ਵਿਸਤਾਰ ਨਾਲ ਫਿਰ ਗੱਲ ਕਰਾਂਗੇ, ਵੱਖਰਾ ਪ੍ਰੋਗਰਾਮ ਕਰਾਂਗੇ ਕਿ ਹੁਕਮ ਕੀ ਆ, ਕਿਉਂਕਿ ਹੁਣ ਸਵਾਲ ਸੁਭਾਵਿਕ ਤੌਰ 'ਤੇ ਉੱਠਦਾ, ਸਾਡੇ ਦਰਸ਼ਕਾਂ ਦੇ ਜ਼ਿਹਨ ਵਿੱਚ ਵੀ ਆਊਗਾ ਕਿ ਸਾਨੂੰ ਪਤਾ ਕਿਵੇਂ ਲੱਗੇ ਕਿ ਰੱਬ ਦਾ ਇਹ ਹੁਕਮ ਆ। ਤੋ ਇਸ ਲਈ ਅਸੀਂ ਇੱਥੇ ਸੰਖੇ ਵਿੱਚ ਇੰਨੀ ਬੇਨਤੀ ਕਰੀਏ ਕਿ ਸਾਨੂੰ ਗੁਰੂ ਨੇ ਜੋ ਜੀਵਨ ਦਾ ਰਾਹ ਦਰਸਾਇਆ, ਜੋ ਮਾਰਗ ਦ੍ਰਿੜ ਕਰਵਾਇਆ, ਸਾਡੇ ਲਈ ਰੱਬ ਦਾ ਹੁਕਮ ਦਾ ਉਹੀ ਜ਼ਾਹਰਾ ਪ੍ਰਤੱਖ ਸਰੂਪ ਆ, ਜਿਹੜਾ ਕਿ ਯੂਨੀਵਰਸਲ ਆ, ਕੋਈ ਸਾਡੇ ਲਈ ਨਹੀਂ, ਉਹ ਹਰ ਇਨਸਾਨ ਲਈ ਆ। ਭਾਵੇਂ ਰੱਬ ਵਿੱਚ ਕੋਈ ਵਿਸ਼ਵਾਸ ਰੱਖਦਾ ਨਹੀਂ ਰੱਖਦਾ, ਉਹਨੂੰ ਮੰਨਦਾ ਨਹੀਂ ਮੰਨਦਾ, ਪਰ ਜਿਹੜੇ ਨਿਯਮ ਆ, ਜਿਹਦਾ ਕੁਦਰਤ ਦਾ ਇਹ ਜਿਹੜਾ ਬਣਿਆ ਹੋਇਆ ਸਿਸਟਮ ਆ, ਇਹ ਹਰ ਇੱਕ ਲਈ ਆ। ਹਰ ਇੱਕ ਨੇ ਜੇਕਰ ਸੁਖੀ ਹੋਣਾ ਤਾਂ ਉਹਨੂੰ ਉਹਦੇ ਸਿਸਟਮ ਵਿੱਚ ਆਉਣਾ ਹੀ ਪਊ, ਇਹਦੇ ਵਿੱਚ ਕੋਈ ਦੁਰਾਵਾ ਨਹੀਂ। ਤਾਂ ਜਦੋਂ ਗੁਰੂ ਸਾਹਿਬ ਕਹਿੰਦੇ ਆ ਕਿ ਜਿੰਨਾ ਚਿਰ ਹੁਕਮ ਨੂੰ ਨਹੀਂ ਬੁੱਝਦਾ, ਉਹਨਾਂ ਚਿਰ ਇਹ ਸੁਖੀ ਹੋ ਹੀ ਨਹੀਂ ਸਕਦਾ, ਉਹਨਾਂ ਚਿਰ ਦੁਖੀ ਆ, ਤਾਂ ਉਹਦਾ ਭਾਵ ਇਹ ਨਹੀਂ ਕਿ ਇਸ ਮਨੁੱਖ ਨੂੰ ਜਿਹੜੀ ਆ ਉਹ ਜੇ ਹੁਕਮ ਨੂੰ ਨਹੀਂ ਬੁੱਝਦਾ ਤਾਂ ਇਹਨੂੰ ਸਰਦੀ ਲੱਗੂਗੀ, ਜੇ ਹੁਕਮ ਨੂੰ ਬੁੱਝ ਲਊ ਤਾਂ ਸਰਦੀ ਨਹੀਂ ਲੱਗਣ ਲੱਗੀ, ਐਸੀ ਗੱਲ ਨਹੀਂ। ਜਾਂ ਸਰੀਰਕ ਰੋਗਾਂ ਦੀ ਗੱਲ ਆ, ਜਿਹੜਾ ਮਹਾਂਮਾਰੀ ਪਿੱਛੇ ਜੀ ਫੈਲੀ ਹੈ ਜਾਂ ਫੈਲਦੀਆਂ ਰਹੀਆਂ, ਆਉਣ ਵਾਲੇ ਸਮੇਂ ਹੋ ਸਕਦਾ ਇਸ ਨੂੰ ਹੋਰ ਭਿਆਨਕ ਬਿਮਾਰੀਆਂ ਜਿਹੜੀਆਂ ਉਹਦਾ ਸਾਹਮਣਾ ਕਰਨਾ ਪਏ ਮਨੁੱਖ ਨੂੰ। ਇਹ ਵੀ ਠੀਕ ਆ ਕਿ ਇਹਦੇ ਵਿੱਚ ਮਨੁੱਖ ਦਾ ਵੀ ਬੜਾ ਹੱਥ ਹੁੰਦਾ, ਪਰ ਹਰ ਮਨੁੱਖ ਦਾ ਹੱਥ ਨਹੀਂ ਹੁੰਦਾ। ਤੋ ਕਈ ਵਾਰ ਸਾਨੂੰ ਸਮੂਹ ਰੂਪ ਵਿੱਚ ਸਾਹਮਣਾ ਕਰਨਾ ਪੈਂਦਾ। ਸਰੀਰ ਦਾ ਇੱਕ ਆਪਣਾ ਧਰਮ ਆ, ਉਹਦੀ ਬਾਉਂਡਰੀ ਆ, ਉਹਦੀ ਸੀਮਾ, ਉਹਦੇ ਨਿਯਮ ਆ ਕਿ ਜਿਹੜਾ ਕਿ ਹਰ ਮਨੁੱਖ ਨੂੰ ਉਹਨਾਂ ਵਿੱਚੋਂ ਗੁਜ਼ਰਨਾ ਪੈਂਦਾ, ਲੱਗਣਾ ਪੈਂਦਾ, ਉਹਦਾ ਸਾਹਮਣਾ ਕਰਨਾ ਪੈਂਦਾ। ਤੇ ਜਦੋਂ ਗੁਰੂ ਸਾਹਿਬ ਕਹਿੰਦੇ ਆ ਕਿ ਜਿੰਨਾ ਚਿਰ ਹੁਕਮ ਨੂੰ ਨਹੀਂ ਬੁੱਝਦਾ, ਉਹਨਾਂ ਚਿਰ ਇਹ ਦੁਖੀ ਹੀ ਰਹੂਗਾ, ਤੋਂ ਭਾਵ ਮੁੱਖ ਰੂਪ ਵਿੱਚ ਮਾਨਸਿਕ ਤਲ ਦਾ ਕਿ ਉਹਨਾਂ ਚਿਰ ਮਨੁੱਖ ਸਥਿਰ ਨਹੀਂ ਹੋ ਸਕਦਾ। ਉਦੋਂ ਚਿਰ ਮਨੁੱਖ ਦੀ ਜਿਹੜੀ ਭਟਕਣ ਆ, ਇਹਦੀ ਅਸ਼ਾਂਤੀ, ਬੇਚੈਨੀ, ਉਹ ਲਗਾਤਾਰ ਵੱਧਦੀ ਹੀ ਚਲੀ ਜਾਂਦੀ ਆ। ਇਸ ਲਈ ਗੁਰੂ ਸਾਹਿਬ ਨੇ ਜਦੋਂ ਇਸ ਦੁੱਖ ਦੀ ਗੱਲ ਕੀਤੀ, ਜਾਂ ਦੁੱਖ ਸੱਚਮੁੱਚ ਗੁਰੂ ਦੀ ਸ਼ਰਨ ਵਿੱਚ ਆਇਆ, ਭਾਵ ਗੁਰੂ ਦੇ ਦੱਸੇ ਹੋਏ ਰਾਹ ਤੇ ਤੁਰੇ ਆ, ਮਨੁੱਖ ਨੂੰ ਨਹੀਂ ਵਿਆਪਦਾ, ਤਾਂ ਉਸ ਬਾਰੇ ਗੁਰੂ ਸਾਹਿਬ ਜਦੋਂ ਐਸਾ ਫਰਮਾਉਂਦੇ ਆ ਕਿ ਦੁੱਖ ਤਦੇ ਜਾਂ ਵਿਸਰ ਜਾਵੇ, ਕਿ ਮਨੁੱਖ ਦੁਖੀ ਕਦੋਂ ਹੁੰਦਾ। ਇਹ ਗੁਰੂ ਸਾਹਿਬ ਦੀ ਪਰਿਭਾਸ਼ਾ ਕੀਤੀ ਹੋਈ ਆ ਕਿ ਮਨੁੱਖ ਨੂੰ ਭਟਕਣਾ ਕਦੋਂ ਵਿਆਪਦੀ ਆ, ਮਾਨਸਿਕ ਤੌਰ ਤੇ ਇਹ ਕਦੋਂ ਬੇਚੈਨ ਹੁੰਦਾ, ਅਸ਼ਾਂਤ ਹੁੰਦਾ, ਇਹ ਚੈਨ ਦੀ ਨੀਂਦ ਨਹੀਂ ਸੌਂ ਸਕਦਾ, ਇਹ ਭਟਕਣਾ ਦਾ ਸ਼ਿਕਾਰ ਹੋਇਆ ਰਹਿੰਦਾ, ਇਹ ਟਿਕ ਕੇ ਨਹੀਂ ਬੈਠ ਸਕਦਾ। ਤਾਂ ਮਹਾਰਾਜ ਕਹਿੰਦੇ ਆ ਕਿ ਉਦੋਂ ਹੀ ਵਿਆਪਦਾ ਕਿ ਦੁੱਖ ਤਦੇ ਜਾਂ ਵਿਸਰ ਜਾਵੇ। ਤਾਂ ਫਿਰ ਅੱਗੇ ਇਹਨੂੰ ਹੋਰ ਖੁੱਲਿਆ ਆ ਕਿ ਫਿਰ ਇਹ ਦੁੱਖ ਵਿਆਪਦਾ ਕਿਵੇਂ ਆ, ਦੁੱਖ ਦਾ ਰੂਪ ਕੀ ਆ। ਮਹਾਰਾਜ ਕਹਿੰਦੇ ਆ ਭੁੱਖ ਵਿਆਪਿਆ ਬਹੁ ਵਿਧ ਧਾਵੈ। ਭੁੱਖ ਤੋਂ ਭਾਵੇਂ ਤੇ ਸਰੀਰਕ ਭੁੱਖ ਤੋਂ ਹੀ ਨਹੀਂ, ਬਲਕਿ ਇਹਦੇ ਅੰਦਰ ਤ੍ਰਿਸ਼ਨਾ ਦਾ ਜਿਹੜਾ ਭਾਂਬੜ ਆ ਉਹ ਮੱਚ ਉੱਠਦਾ। ਉਹ ਉਸ ਭਾਂਬੜ ਨੂੰ ਮਚਾਉਣ ਲਈ, ਬੁਝਾਉਣ ਲਈ ਇਹ ਫਿਰ 10 ਦਿਸ਼ਾਵਾਂ ਵੱਲ ਦੌੜਦਾ, ਭੱਜਦਾ। ਇਹ ਟਿਕ ਕੇ ਨਹੀਂ ਬੈਠਦਾ, ਕਿਉਂਕਿ ਉਹ ਤ੍ਰਿਸ਼ਨਾ ਦੇ ਜਿਹੜੇ ਭਾਂਬੜ ਬਲ ਰਹੇ ਆ, ਉਸ ਨੂੰ ਟਿਕ ਕੇ ਬਹਿਣ ਹੀ ਨਹੀਂ ਦਿੰਦੇ। ਤਾਂ ਉਹਨਾਂ ਨੂੰ ਬੁਝਾਉਣ ਲਈ, ਸ਼ਾਂਤ ਕਰਨ ਲਈ, ਉਹ ਸਕੂਨ ਹਾਸਲ ਕਰਨ ਲਈ ਇਹ ਦੌੜ ਭੱਜ ਕਰਦਾ। ਔਰ ਜਿਵੇਂ ਜਿਵੇਂ ਦੌੜਦਾ, ਤਿਵੇਂ ਤਿਵੇਂ ਇਹ ਭਾਂਬੜ ਜਿਹੜੇ ਆ ਹੋਰ ਮੱਚ ਉੱਠਦੇ ਆ। ਇਸ ਲਈ ਗੁਰਬਾਣੀ ਵਿੱਚ
ਜਿਹੜੀ ਆਮ ਤੌਰ ਤੇ ਧਾਰਮਿਕ ਦੁਨੀਆ ਵਿੱਚ ਇਹ ਮਨੌਤ ਆ, ਈਵਨ ਸਾਡੇ ਵਿੱਚ ਵੀ ਜਿਹੜੀ ਆ ਇਹ ਮਨੌਤ ਜਿਹੜੀ ਆ ਦਿਨ ਪ੍ਰਤੀ ਦਿਨ ਵੱਧਦੀ ਜਾ ਰਹੀ ਆ, ਪ੍ਰਚਲਿਤ ਹੋ ਰਹੀ ਆ ਕਿ ਅਸੀਂ ਜਿਹੜੇ ਗੁਰਧਾਮ ਆ, ਸਾਡੇ ਪਵਿੱਤਰ ਸਥਾਨ ਆ, ਚਾਹੇ ਗੁਰਬਾਣੀ ਦਾ ਪਠਨ ਪਾਠ ਆ, ਧਰਮ ਕਰਮ ਆ, ਅਸੀਂ ਇਹਦਾ ਫਲ ਜਿਹੜਾ ਉਹ ਕੇਵਲ ਇਸ ਤ੍ਰਿਸ਼ਨਾ ਨੂੰ ਬੁਝਾਉਣ ਤੱਕ ਹੀ ਸੀਮਿਤ ਰੱਖ ਲਿਆ ਕਿ ਸਾਨੂੰ ਇਹਦਾ ਫਲ ਜਿਹੜਾ ਇਸ ਰੂਪ ਵਿੱਚ ਮਿਲੂਗਾ। ਪਰ ਗੁਰੂ ਨੇ ਸਾਨੂੰ ਦੱਸਿਆ ਕਿ ਇਸ ਤਰ੍ਹਾਂ ਨਾਲ ਕਦੇ ਵੀ ਮਨੁੱਖ ਦੀ ਤ੍ਰਿਸ਼ਨਾ ਨਹੀਂ ਬੁਝਦੀ। ਭਾਈ ਗੁਰਦਾਸ ਨੇ ਲਈ ਬੜੀ ਸੁੰਦਰ ਉਦਾਹਰਨ ਦਿੱਤੀ ਹੋਈ ਆ ਕਿ ਬਲਦੀ ਅੰਦਰ ਤੇਲ ਪਾਏ ਕਿਉਂ ਕਰ ਮੂੜਾ ਅੱਗ ਬੁਝਾਵੇ। ਕਿ ਜਿਹੜੇ ਲੋਕ ਜਿਹੜੇ ਕਥਿਤ ਧਾਰਮਿਕ ਗੁਰੂ, ਸਿਆਣੇ ਗਿਆਨੀ, ਚਾਹੇ ਉਹ ਸੰਤ ਦੇ ਰੂਪ ਵਿੱਚ ਆ, ਮੰਤ ਦੇ ਰੂਪ ਵਿੱਚ ਆ, ਕਥਿਤ ਗਿਆਨੀ ਦੇ ਰੂਪ ਵਿੱਚ, ਜਾਂ ਕਿਸੇ ਵੀ ਰੂਪ ਵਿੱਚ ਆ, ਜਿਹੜਾ ਕਿ ਮਨੁੱਖਾਂ ਨੂੰ ਇਹ ਕਹਿੰਦਾ, ਇਹ ਦਿਲਾਸਾ ਦਿੰਦਾ, ਧਰਵਾਸ ਦਵਾਉਂਦਾ ਕਿ ਭਾਈ ਤੂੰ ਆਹ ਕਰੇਗਾ ਤਾਂ ਇਹ ਜਿਹੜੀ ਅੱਗ ਮੱਚ ਰਹੀ ਆ ਇਹ ਬੁਝ ਜਾਊ। ਤੋ ਭਾਈ ਸਾਹਿਬ ਸਵਾਲ ਉਠਾਉਂਦੇ ਆ ਕਿ ਇਹੋ ਜਿਹੇ ਜਿਹੜੇ ਮੂਰਖ ਆ ਉਹਨਾਂ ਦਾ ਇਹ ਉਪਰਾਲਾ, ਉਹਨਾਂ ਦੀ ਜੁਗਤੀ ਕੁਝ ਇਸ ਤਰ੍ਹਾਂ ਦੀ ਆ ਕਿ ਜਿਵੇਂ ਅੱਗ ਦਾ ਭਾਂਬੜ ਮੱਚ ਰਿਹਾ ਹੋਵੇ ਤਾਂ ਉਹਦੇ ਉੱਤੇ ਕੋਈ ਤੇਲ ਪਾ ਦੇਵੇ, ਘਿਓ ਪਾ ਦੇਵੇ ਜਾਂ ਸੁੱਕੀਆਂ ਲੱਕੜਾਂ ਪਾ ਦੇਵੇ, ਔਰ ਘਿਓ ਆਦਿ ਪਾ ਕੇ, ਤੇਲ ਪਾ ਕੇ ਕੋਈ ਇਹ ਸੋਚੇ ਕਿ ਇਸ ਤਰ੍ਹਾਂ ਅੱਗ ਬੁਝ ਜਾਊ, ਤਾਂ ਅੱਗ ਜਿਹੜੀ ਆ ਉਹ ਬੁਝੂਗੀ ਨਹੀਂ, ਬਲਕਿ ਹੋਰ ਜ਼ਿਆਦਾ ਪ੍ਰਚੰਡ ਹੋ ਉਠੂਗੀ। ਇਸ ਲਈ ਗੁਰੂ ਸਾਹਿਬ ਨੇ ਆਖ ਦਿੱਤਾ ਆ ਕਿ ਬਿਨਾਂ ਸੰਤੋਖ ਨਹੀਂ ਕੋ ਰਾਜਾ, ਕਿ ਸੰਤੋਖ ਤੋਂ ਬਿਨਾਂ ਕਦੇ ਕੋਈ ਮਨੁੱਖ ਤ੍ਰਿਪਤ ਨਹੀਂ ਹੁੰਦਾ। ਇਸ ਲਈ ਜਦੋਂ ਮਹਾਰਾਜ ਇੱਥੇ ਕਹਿੰਦੇ ਆ ਕਿ ਦੁੱਖ ਤਦੇ ਜਾਂ ਵਿਸਰ ਜਾਵੇ, ਪਰ ਇਹ ਦੁੱਖ ਕਿਸ ਰੂਪ ਵਿੱਚ ਆਉਂਦਾ, ਕਿਵੇਂ ਵਿਆਪਦਾ, ਆਖਦੇ ਆ ਭੁੱਖ ਵਿਆਪੈ ਬਹੁ ਬਿਧ ਧਾਵੈ। ਬਹੁ ਬਿਧ ਅਰਥ ਹੈ ਕਈ ਤਰੀਕਿਆਂ ਨਾਲ, ਕਈ ਯੁਕਤੀਆਂ ਨਾਲ, ਢੰਗਾਂ ਨਾਲ, ਇਹ ਕਈ ਢੰਗ ਅਪਣਾਉਂਦਾ ਕਿ ਸ਼ਾਇਦ ਇਸ ਤਰ੍ਹਾਂ ਨਾਲ ਮੈਂ ਹੁਣ ਮੈਨੂੰ ਸ਼ਾਂਤੀ ਮਿਲੂਗੀ। ਤੁਸੀਂ ਆਮ ਦੇਖਦੇ ਹਾਂ ਕਿ ਆਮ ਮਨੁੱਖ ਦੀਆਂ ਜਿਹੜੀਆਂ ਲੋੜਾਂ ਲਈ ਤਾਂ ਮਨੁੱਖ ਨੇ ਉਦਮ ਕਰਨਾ, ਉਹਦੇ ਕੋਈ ਸੰਦੇਹ ਹੈ ਹੀ ਨਹੀਂ। ਨਾ ਹੀ ਕਿ ਸਤਿਪੁਰਸ਼ ਨੇ ਇਹ ਆਖਿਆ ਕਿ ਆਪਣੀ ਲੋੜਾਂ ਲਈ ਤੂੰ ਉਦਮ ਨਾ ਕਰ, ਪਰ ਆਮ ਮਨੁੱਖ ਜਿਹੜਾ ਉਹ ਆਪਣੀਆਂ ਜ਼ਰੂਰਤਾਂ ਨਾਲੋਂ ਕਿਤੇ ਜ਼ਿਆਦਾ ਵੱਧ ਉਹ ਦੌੜ ਭੱਜ ਵਿੱਚ ਲੱਗਾ ਹੋਇਆ, ਉਸ ਕਰਕੇ ਉਹ ਆਪਣੀ ਨੀਂਦ ਖੁਆ ਬੈਂਦਾ। ਉਹ ਇੱਕ ਬੜੀ ਪ੍ਰਤੀਕਾਤਮਕ ਇੱਕ ਕਹਾਣੀ ਹੈ ਇੱਕ ਸੇਠ ਦੀ, ਕਿ ਜਿਹੜਾ ਇੱਕ ਆਪਣੇ ਮੁਨਸ਼ੀ ਨੂੰ ਕੁਰਾਂ ਕਹਿ ਦਿੰਦਾ ਕਿ ਜ਼ਰਾ ਹਿਸਾਬ ਕਿਤਾਬ ਕੇ ਲਾ ਕੇ ਦੱਸ ਤਾਂ ਸਹੀ ਕਿ ਆਪਣੇ ਕੋਲ ਕਿੰਨੀ ਕੁ ਪੂੰਜੀ ਜਿਹੜੀ ਜਮ੍ਹਾਂ ਹੋਈ ਆ। ਤਾਂ ਉਹ ਸਾਰਾ ਹਿਸਾਬ ਕਿਤਾਬ ਲਾ ਕੇ ਦੱਸਦਾ, ਕਹਿੰਦਾ ਸੇਠ ਜੀ ਵੀ ਆਪਣੇ ਕੋਲ ਇੰਨੀ ਕੁ ਪੂੰਜੀ ਹੈਗੀ ਆ ਕਿ ਤੁਹਾਡੀਆਂ ਜਿਹੜੀਆਂ 12 ਪੀੜ੍ਹੀਆਂ ਉਹ ਆਰਾਮ ਨਾਲ ਬੈਠ ਕੇ ਜੇ ਖਾਂਦੇ ਰਹਿਣ, ਖੁੱਲ੍ਹਾ ਖਰਚ ਕਰਨ, ਤਾਂ ਵੀ ਇਹ ਪੂੰਜੀ ਮੁੱਕਣ ਵਾਲੀ ਨਹੀਂ। ਤੁਸੀਂ ਇੰਨੀ ਜਮ੍ਹਾਂ ਕਰ ਲਈ ਆ, ਇੰਨੀ ਮਿਹਨਤ ਕੀਤੀ ਆ ਕਿ ਤੁਹਾਨੂੰ ਤੁਹਾਡੀਆਂ 12 ਪੀੜ੍ਹੀਆਂ ਤੱਕ ਕਿਸੇ ਨੂੰ ਡੱਕਾ ਤੋੜਨ ਦੀ ਵੀ ਲੋੜ ਨਹੀਂ ਪਊਗੀ। ਤਾਂ ਸੇਠ ਸੁਣ ਕੇ ਰੋਣ ਲੱਗ ਪੈਂਦਾ। ਉਹਨੂੰ ਬੜੀ ਹੈਰਾਨੀ ਲੱਗਦੀ ਆ ਵੀ ਇਹ ਕੀ, ਵੀ ਸੇਠ ਨੂੰ ਤਾਂ ਖੁਸ਼ ਹੋਣਾ ਚਾਹੀਦਾ ਸੀਗਾ। ਉਹ ਜਦੋਂ ਪੁੱਛਦਾ ਕਹਿੰਦਾ ਸੇਠ ਜੀ ਤੁਸੀਂ ਰੋਣ ਲੱਗ ਪਏ ਜੇ। ਉਹ ਕਹਿੰਦਾ ਵੀ ਇਹ ਤਾਂ ਠੀਕ ਆ, ਤੂੰ ਦੱਸਿਆ ਵੀ ਮੇਰੀ 12 ਪੀੜ੍ਹੀਆਂ ਜਿਹੜੀਆਂ ਉਹ ਬੈਠ ਕੇ ਖਾ ਲੈਣਗੀਆਂ ਆਰਾਮ ਨਾਲ, ਪਰ 13ਵੀਂ ਪੀੜ੍ਹੀ ਦਾ ਕੀ ਬਣੂਗਾ। ਤੇ ਇਹ ਇੱਕ ਸੇਠ ਦੀ ਗੱਲ ਨਹੀਂ, ਇਹ ਸਾਡੀ ਸਾਰਿਆਂ ਦੀ ਗੱਲ ਆ ਕਿ ਸਾਡੇ ਅੰਦਰ ਜਿਹੜੀ ਇਸ ਤਰ੍ਹਾਂ ਦੀ ਜਿਹੜੀ ਆ ਤ੍ਰਿਸ਼ਨਾ ਦੇ ਭਾਂਬੜ ਮੱਚ ਰਹੇ ਆ ਕਿ ਅਸੀਂ ਜਿਹੜੀ ਜ਼ਰੂਰਤ ਨਹੀਂ, ਸਾਡੀ ਜ਼ਰੂਰਤ ਤੋਂ ਕਈ ਇਹ ਠੀਕ ਆ ਕਿ ਕਈਆਂ ਦੀ ਜ਼ਰੂਰਤ ਵੀ ਨਹੀਂ ਪੂਰੀ ਹੋ ਰਹੀ, ਉਹਨਾਂ ਦਾ ਸੋਚਣਾ, ਉਦਮ ਕਰਨਾ, ਚਿੰਤਾ ਕਰਨਾ ਉਹ ਸੁਭਾਵਿਕ ਆ, ਪਰ ਜ਼ਿਆਦਾਤਰ ਅਸੀਂ ਜਿਹੜਾ ਸਾਨੂੰ ਲੋੜ ਵੀ ਨਹੀਂ, ਲੋੜ ਪੈਣੀ ਵੀ ਨਹੀਂ, ਅਸੀਂ ਉਸ ਦੌੜ ਵਿੱਚ ਹੀ ਆਪਣਾ ਚੈਨ ਗਵਾ ਬੈਂਦੇ ਹਾਂ। ਖੈਰ ਮਹਾਰਾਜ ਇੱਥੇ ਇੱਕ ਰੂਪ ਵਿੱਚ ਨਹੀਂ, ਇਹਦੇ ਕਈ ਜਿਹੜੇ ਪੱਖ ਆ ਸਾਡੀ ਇਸ ਭੁੱਖ ਦੇ ਦੌੜ ਦੇ ਉਹਦੇ ਵੱਲ ਇਸ਼ਾਰਾ ਕਰਦੇ ਆ। ਕਹਿੰਦੇ ਆ ਕਿ ਜਿਹੜਾ ਮਨੁੱਖ ਫਿਰ ਇਹ ਭੁੱਖ ਵਿਆਪੈ ਬਹੁ ਬਿਧ ਧਾਵੈ। ਉਹ ਫਿਰ ਨਾਲ ਆਖ ਦਿੱਤਾ ਕਿ ਸਿਮਰਤ ਨਾਮ ਸਦਾ ਸੁਹੇਲਾ। ਜਦੋਂ ਆਖਿਆ ਕਿ ਨਾਮ ਸਿਮਰਿਆ ਇਹ ਸੁਖੀ ਹੋ ਸਕਦਾ, ਤਾਂ ਸੁਖੀ ਹੋਣ ਤੋਂ ਭਾਵ ਨਹੀਂ ਕਿ ਇਹਦੀ ਤ੍ਰਿਸ਼ਨਾ ਜਿਹੜੀ ਆ ਇਹ ਜੋ ਚਾਹੁੰਦਾ ਉਹ ਪੂਰੀ ਹੋ ਜਾਊਗੀ। ਭਾਵ ਉਹ ਤ੍ਰਿਸ਼ਨਾ ਦੇ ਜਿਹੜੇ ਭਾਂਬੜ ਆ ਉਹ ਬੁੱਝ ਜਾਣਗੇ, ਇਹਨੂੰ ਸਮਝ ਆ ਜਾਊਗੀ, ਸਿਸਟਮ ਨੂੰ ਸਮਝ ਕੇ ਉਹਦੇ ਨਾਲ ਜੁੜ ਕੇ ਇਹ ਤ੍ਰਿਪਤ ਹੋ ਜਾਊਗਾ, ਚੈਨ ਦੀ ਨੀਂਦ ਸੌਂ ਸਕੂਗਾ। ਤੋ ਇਹ ਤਾਂ ਸੰਖੇਪ ਹੀ ਸੀ ਕਿ ਜਿਹੜੇ ਦੁੱਖ ਆ, ਜਿਹੜੇ ਦੁੱਖ ਜਿਹਦਾ ਗੁਰਬਾਣੀ ਵਿੱਚ ਜਿਹਨਾਂ ਦੁੱਖਾਂ ਬਾਰੇ ਜ਼ਿਕਰ ਕੀਤਾ ਹੋਇਆ, ਇਸ ਲਈ ਮਹਾਰਾਜ ਜਦੋਂ ਬਾਣੀ ਵਿੱਚ ਇਹ ਫਰਮਾਉਂਦੇ ਆ ਕਿ ਬਿਨ ਤੁਧ ਹੋਰ ਜੇ ਮੰਗਣਾ ਸਿਰ ਦੁੱਖਾਂ ਕਹਿ ਦੁੱਖ।
ਔਰ ਅਸੀਂ ਧਿਆਨ ਮਾਰੀਏ ਕਿ ਅਸੀਂ ਗੁਰਦੁਆਰੇ ਜਾਂਦੇ ਹਾਂ, ਬਾਣੀ ਪੜ੍ਹਦੇ ਹਾਂ ਜਾਂ ਧਰਮ ਕਰਮ ਕਰਦੇ ਹਾਂ, ਤਾਂ ਅਸੀਂ ਕਾਹਦੇ ਲਈ ਕਰਦੇ ਹਾਂ? ਅਸੀਂ ਦੇਖਾਂਗੇ ਕਿ ਜ਼ਿਆਦਾਤਰ, ਹਾਂ ਕੋਈ ਹੋ ਜ਼ਰੂਰ ਐਸਾ ਭਾਗਾਂ ਵਾਲਾ, ਅਸੀਂ ਉਹਦੀ ਗੱਲ ਨਹੀਂ ਕਰ ਰਹੇ, ਬਲਕਿ ਉਹਦੀ ਇਸ ਸਾਧਨਾ ਨੂੰ, ਉਹਦੇ ਜੇ ਸਮਰਪਣ ਭਾਵ ਨੂੰ ਜਿਹੜਾ ਉਹ ਸਾਡਾ ਸਿਰ ਝੁਕਦਾ ਉਹਦੇ ਅੱਗੇ। ਪਰ ਜ਼ਿਆਦਾਤਰ ਜੋ ਬਾਣੀ ਪੜ੍ਹ ਰਹੇ ਆ, ਗੁਰਦੁਆਰੇ ਜਾ ਰਹੇ ਆ, ਧਰਮ ਕਰਮ ਕਰ ਰਹੇ ਆ, ਉਹ ਉਹੀ ਕੁਝ ਮੰਗ ਰਹੇ ਆ ਜਿਨ੍ਹਾਂ ਬਾਰੇ ਗੁਰੂ ਨੇ ਆਖਿਆ ਕਿ ਇਹਨਾਂ ਵਿੱਚੋਂ ਕਦੇ ਕੋਈ ਸੁਖੀ ਨਹੀਂ ਹੋਇਆ। ਗੁਰੂ ਜਿਹੜਾ ਉਹ ਸਪਸ਼ਟ ਆਖ ਰਹੇ ਆ ਕਿ ਰੱਬ ਕੋਲੋਂ ਉਹਦੇ ਹੁਕਮ ਨੂੰ ਬੁੱਝਣ ਦੀ ਜਿਹੜੀ ਸਮਰੱਥਾ, ਇਹ ਮੰਗਣ ਤੋਂ ਬਿਨਾਂ ਅਸੀਂ ਜੋ ਕੁਝ ਮੰਗਦੇ ਆ, ਇਹ ਭਾਰੇ ਦੁੱਖ ਸਹੇੜਨੇ ਆ, ਸਿਰ ਦੁੱਖਾਂ ਕਹਿ ਦੁੱਖ। ਇਸ ਲਈ ਆਖ ਦਿੱਤਾ ਕਿ ਮਾਲਕ ਜੀ, ਦੇਹ ਨਾਮ ਸੰਤੋਖੀਆ, ਉਤਰੈ ਮਨ ਕੀ ਭੁੱਖ। ਕੋਈ ਜਿਹੜਾ ਚੈਨ ਆ, ਸਕੂਨ ਆ, ਉਹ ਤਾਂ ਸੰਤੋਖ ਵਿੱਚ ਆ। ਇਸ ਲਈ ਕਹਿੰਦੇ ਆ ਕਿ ਤੂੰ ਨਾਮ ਦੇ, ਮੈਨੂੰ ਸੋਝੀ ਦੇ, ਸਮਝ ਦੇ, ਵਿਵੇਕ ਬੁੱਧੀ ਦੇ, ਤਾਂ ਕਿ ਮੈਨੂੰ ਇਸ ਗੱਲ ਦੀ ਸਮਝ ਆ ਜਾਵੇ। ਤੋ ਅਸੀਂ ਤਾਂ ਹੀ ਮਨੁੱਖ ਉਤੇ, ਜੋ ਆ ਮਨੁੱਖ ਦੀ ਧਾਰਨਾ, ਮਨੋਗ ਦਾ ਸੋਚ ਆ, ਉਹਦੇ ਬਾਰੇ ਗੁਰੂ ਸਾਹਿਬ ਜ਼ਿਕਰ ਕਰਦਿਆਂ ਕਹਿੰਦੇ ਆ ਕਿ ਜੋ ਮੰਗੈ ਤੋ ਮੰਗੈ ਵੀ ਆ, ਜਾਂ ਤੇ ਕੁਸ਼ਲ ਨਾ ਕਾਹੂ ਥੀ ਆ। ਕਿ ਹਮੇਸ਼ਾ ਤੂੰ ਰੱਬ ਕੋਲੋਂ ਵੀ, ਰੱਬ ਦੀ ਬੰਦਗੀ ਕਰਦਾ, ਪਾਠ ਪੂਜਾ ਕਰਦਾ ਹੋਇਆ ਵੀ, ਤੂੰ ਉਹ ਕੁਝ ਇਹਦੇ ਬਦਲੇ ਮੰਗਦਾ ਕਿ ਜਿਹੜਾ ਮੰਗਿਆ ਕਦੇ ਕੋਈ ਮਨੁੱਖ ਸੁਖੀ ਨਹੀਂ ਹੋਇਆ। ਇਸ ਲਈ ਜੇ ਸੁਖ ਚਾਹੁੰਦਾ ਤਾਂ ਫਿਰ ਕਹਿੰਦੇ ਆ ਕਿ ਫਿਰ ਮੰਗਣ ਮੰਗਦਾ ਇੱਕ ਹੈ ਮੰਗ, ਨਾਨਕ ਜਾਤੇ ਪਰੈ ਪਰਾਖ। ਕਹਿੰਦੇ ਫਿਰ ਇਹ ਗੁਰੂ ਕੋਲੋਂ, ਰੱਬ ਕੋਲੋਂ ਮੰਗ। ਜਿਹੜੇ ਦੁੱਖਾਂ ਤੋਂ ਆਪਾਂ ਇੱਕ ਸ਼ਬਦ ਜਿਹੜਾ ਉਹਦਾ ਆਸਰਾ ਲੈਨੇ ਆ, ਜਿਹਦੇ ਦੱਸਿਆ ਕਿ ਰੱਬ ਦਾ ਨਾਮ ਲਿਆ, ਗੁਰੂ ਦੀ ਸ਼ਰਨ ਵਿੱਚ ਆਇਆ, ਮਨੁੱਖ ਦੇ ਕਿਹੋ ਜਿਹੇ ਕਿਹੜੇ ਦੁੱਖ ਦੂਰ ਹੁੰਦੇ ਆ। ਤੋ ਇੱਕ ਹੀ ਸ਼ਬਦ ਜਿਹੜਾ ਆਪਾਂ ਸਮੇਂ ਨੂੰ ਧਿਆਨ ਵਿੱਚ ਰੱਖਦੇ ਹੋਏ ਆ, ਕੇਵਲ ਇਹ ਸ਼ਬਦ ਵਾਲੀ ਧਿਆਨ ਦਵਾਵਾਂ। ਮਹਾਰਾਜ ਦਾ ਸ਼ਬਦ ਆ, ਕਹਿੰਦੇ ਆ ਕਿ ਜਿਹ ਕਰਨੇ ਹੋਵੇਂ ਸ਼ਰਮਿੰਦਾ, ਇਹ ਕਮਾਣੀ ਰੀਤ। ਇਹ ਦੁੱਖ ਦਾ ਰੂਪ ਦੱਸਿਆ ਆ ਕਿ ਆ ਜਿਹੜੇ ਦੁੱਖ ਆ, ਇਸ ਤਰ੍ਹਾਂ ਦੇ ਦੁੱਖ ਜਿਹੜੇ ਆ, ਗੁਰੂ ਕੋਲ ਆਇਆ, ਰੱਬ ਨੂੰ ਸਿਮਰਿਆ, ਰੱਬੀ ਹੁਕਮ ਨੂੰ ਸਮਝਿਆ, ਆ ਜਿਹੜੇ ਦੁੱਖ ਆ, ਆ ਦੁੱਖਾਂ ਦਾ ਜਿਹੜਾ ਰੂਪ ਆ, ਇਹ ਦੁੱਖ ਜਿਹੜੇ ਆ ਇਹ ਦੂਰ ਹੁੰਦੇ ਆ। ਉਹ ਸ਼ਬਦ ਦੀਆਂ ਅਗਲੀਆਂ ਪੰਕਤੀਆਂ 'ਚ ਮਹਾਰਾਜ ਕਹਿੰਦੇ ਆ ਕਿ ਸੰਤ ਕੀ ਨਿੰਦਾ, ਸਾਖਤ ਕੀ ਪੂਜਾ, ਐਸੀ ਦ੍ਰਿੜੀ ਵਿਪਰੀਤ। ਇਹ ਉਲਟੀ ਰੀਤ, ਉਲਟੀ ਚਾਲ, ਜਿਹੜੀ ਕਿ ਮਨੁੱਖ ਨੂੰ ਕਦੀ ਸੁਖੀ ਨਹੀਂ ਹੋਣ ਦਿੰਦੀ। ਅਸੀਂ ਜਦੋਂ ਰੱਬ ਦੇ ਸਿਸਟਮ ਨੂੰ ਨਹੀਂ ਸਮਝਦੇ ਤਾਂ ਇਹੋ ਜਿਹੇ ਜਿਹੜੇ ਦੁੱਖ ਹੈਗੇ ਆ, ਕਿ ਇਹ ਦੁੱਖ ਜਿਹੜੇ ਆ ਆਪਾਂ ਸਹਿ ਲੈਂਦੇ ਆ। ਇਹ ਸੁੱਖ ਕੋਈ ਦੂਜਾ ਸਾਡੀ ਝੋਲੀ ਵਿੱਚ ਨਹੀਂ ਪਾਉਂਦਾ। ਜਿਵੇਂ ਮਹਾਰਾਜ ਨੂੰ ਕਹਿੰਦੇ ਆ ਕਿ ਜਿਹੜਾ ਦਦਾ ਦੋਸ਼ ਨਾ ਦੂੰ ਕਿਸ ਦੋਸ਼ ਕਰਮਾ ਆਪਣੇ ਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਨਾ। ਤੋ ਇਹ ਜਿਹੜੇ ਦੁੱਖ ਆ, ਮਹਾਰਾਜ ਮੁੱਖ ਰੂਪ ਵਿੱਚ ਇਹਨਾਂ ਦੁੱਖਾਂ ਦੀ ਗੱਲ ਕਰ ਰਹੇ ਆ। ਅਸੀਂ ਜਿਹੜਾ ਆਮ ਤੌਰ ਤੇ ਜਦੋਂ ਗੱਲ ਆਉਂਦੀ ਆ, ਜਿਹੜਾ ਕੋਈ ਰੱਬ ਦਾ ਨਾਮ ਲੈਣ ਵਾਲਾ, ਧਰਮ ਕਰਮ ਕਰਨ ਵਾਲਾ, ਜੋ ਕੋਈ ਮੁਸ਼ਕਿਲ ਆ ਜਾਂਦੀ ਆ, ਜਿਵੇਂ ਕਈਆਂ ਦੀ ਕੋਈ ਸੰਤਾਨ ਦੀ ਉਹਦੀ ਡੈਥ ਹੋ ਜਾਂਦੀ ਆ, ਤਾਂ ਅਸੀਂ ਕਹਿੰਦੇ ਜੀ ਇਹਦੇ ਕਰਮ ਮਾੜੇ ਆ, ਜੇ ਕਰਮ ਪਿਛਲੇ ਕਰਮ ਮਾੜੇ ਸੀ, ਜੇ ਹੁਣ ਜਾਂ ਪਹਿਲੇ ਕਰਮ ਮਾੜੇ, ਉਹਦਾ ਸਿੱਟਾ ਨਿਕਲੇ ਆ। ਪਰ ਗੁਰੂ ਸਾਹਿਬਾਂ ਕੀ ਕਹਿ ਰਹੇ ਆ ਕਿ ਜਿਹੜੇ ਦੁੱਖ ਜਿਹੜੇ ਆ, ਜੇ ਰੱਬ ਨਾਲ ਟੁੱਟ ਜਾਈਏ, ਰੱਬ ਤੋਂ ਮੂੰਹ ਮੋੜ ਲਈਏ, ਰੱਬ ਦੀ ਰਜ਼ਾ ਨੂੰ ਨਾ ਸਮਝੀਏ, ਤਾਂ ਫਿਰ ਇਹੋ ਜਿਹੇ ਦੁੱਖ ਵਿਆਪਦੇ ਆ। ਜਿਹ ਕਰਨੀ ਹੋਵੇਂ ਸ਼ਰਮਿੰਦਾ, ਇਹ ਕਮਾਣੀ ਰੀਤ। ਸੰਤ ਕੀ ਨਿੰਦਾ, ਸਾਖਤ ਕੀ ਪੂਜਾ, ਐਸੀ ਦ੍ਰਿੜੀ ਵਿਪਰੀਤ। ਫਿਰ ਮਹਾਰਾਜ ਰਾਹੋਂ ਦੀਆਂ ਪੰਕਤੀਆਂ ਵਿੱਚ ਫਰਮਾਉਂਦੇ ਆ, ਮਾਇਆ ਮੋਹ ਭੂਲੋ ਅਵਰੈ ਹੀਤ, ਹਰ ਚੰਦੌਰੀ ਬਨ ਹਰ ਪਾਤਰੇ, ਇਹ ਤੁਹਾਰੋ ਬੀਤ। ਚੰਦਨ ਲੇਪ ਹੋਤ ਦੇਹ ਕੋ, ਸੋ ਗਰਤ ਪਸੁਭ ਸੰਗੀਤ। ਅੰਮ੍ਰਿਤ ਸੰਗ ਨਾਹਿ ਰੁਚਿ ਆਵਤ, ਬਿਖੈ ਠਗੌਰੀ ਪ੍ਰੀਤ। उत्तम संत भले संजोगी, इस युग में है पवित्र पुनीत। जात आकारत जन्म पदार्थ, काच बादर है जीत। और फिर अखीलियां पंक्तियां में फरमाउंदे आ, जन्म जन्म के किल विख दुख भागे, गुर ज्ञान अंजन नेत्र दीत। साडे जिहड़े दुख सीगे ਉਹ ਦੂਰ ਹੋ ਗਏ ਕਦੋਂ? ਜਦੋਂ ਗੁਰੂ ਨੇ ਸਾਡੀਆਂ ਬੁੱਧੀ ਰੂਪ ਅੱਖਾਂ ਵਿੱਚ ਗਿਆਨ ਦਾ ਸੁਰਮਾ ਪਾਇਆ। ਔਰ ਫਿਰ ਅਖੀਰ ਵਿੱਚ ਕਹਿੰਦੇ ਆ,
ਸਾਧ ਸੰਗ ਇਨ ਦੁਖ ਤੇ ਨਿਕਸਿਓ ਨਾਨਕ ਏਕ ਪ੍ਰੀਤ। ਸਾਧ ਸੰਗ ਇਨ ਦੁਖ ਤੇ ਨਿਕਸਿਓ, ਕਿਹੜੇ ਦੁੱਖ? ਜਿਨ੍ਹਾਂ ਦਾ ਪਹਿਲਾਂ ਜ਼ਿਕਰ ਕਰ ਆਇਆ। ਸ਼ਬਦ ਦੀਆਂ ਪਹਿਲੀਆਂ ਪੰਕਤੀਆਂ ਵਿੱਚ ਜਿਹੜਾ ਜ਼ਿਕਰ ਕੀਤਾ ਆਇਆ ਕਿ ਜਿਹ ਕਰਨੀ ਹੋਵੇ ਸ਼ਰਮਿੰਦਾ, ਇਹ ਕਮਾ ਨਹੀਂ ਰੀਤ, ਸੰਤ ਕੀ ਨਿੰਦਾ, ਸਾਗਤ ਕੀ ਪੂਜਾ, ਐਸੀ ਦ੍ਰਿੜੀ ਵਿਪਰੀਤ। ਇਹ ਦੁੱਖ ਦਾ ਰੂਪ ਆ। ਤਾਂ ਮਹਾਰਾਜ ਕਹਿੰਦੇ ਜਦੋਂ ਅਸੀਂ ਗੁਰੂ ਦੀ ਸੰਗਤ ਵਿੱਚ ਆਉਂਦੇ ਆ, ਆਪਣੀ ਮੱਤ ਛੱਡ ਗੁਰੂ ਦੀ ਮੱਤ ਲੈ ਕੇ ਉਸ ਰਸਤੇ ਉੱਤੇ ਤੁਰਦੇ ਆ, ਤਾਂ ਫਿਰ ਜਿਹੜੇ ਆਹ ਦੁੱਖ ਹੈਗੇ ਆ, ਇਹ ਦੁੱਖ ਮਨੁੱਖ ਨੂੰ ਨਹੀਂ ਵਿਆਪਦੇ। ਇਹਨਾਂ ਦੁੱਖਾਂ ਤੋਂ ਮਨੁੱਖ ਦਾ ਖਹਿੜਾ ਛੁੱਟ ਜਾਂਦਾ। ਇਹ ਦੁੱਖ ਮਨੁੱਖ ਨੂੰ ਕਿੰਨੇ ਵੀ ਕਿਹੋ ਜਿਹੀਆਂ ਵੀ ਪ੍ਰਸਥਿਤੀਆਂ ਹੋਣ ਤਾਂ ਮਨੁੱਖ ਦੇ ਇਹ ਦੁੱਖ ਨੇੜੇ ਨਹੀਂ ਆਉਂਦੇ। ਜਿਨ੍ਹਾਂ ਨੂੰ ਆਪਾਂ ਦੁੱਖ ਸਮਝਦੇ ਆ, ਉਹ ਦੁੱਖ ਤੇ ਗੁਰੂ ਸਾਹਿਬਾਨ, ਗੁਰੂ ਅਰਜਨ ਸਾਹਿਬ ਦਾ ਸ਼ਬਦ ਉਹਨਾਂ ਨੂੰ ਜਿੰਨੇ ਆਏ ਆਪਾਂ ਕਲਪਨਾ ਵੀ ਨਹੀਂ ਕਰ ਸਕਦੇ। ਤੁਸੀਂ ਤਾਂ ਗੁਰਬਾਣੀ ਵਿੱਚੋਂ ਹੀ ਸਮਝਣ ਦੀ ਲੋੜ ਆ ਕਿ ਗੁਰੂ ਸਾਹਿਬ ਜਿਹੜੇ ਦੁੱਖ ਦੀ ਗੱਲ ਕਰਦੇ ਆ, ਉਹ ਦੁੱਖ ਕਿਹੜੇ ਆ ਜਿਨ੍ਹਾਂ ਨੂੰ ਆਪਾਂ ਆਖਦੇ ਆ। ਉਹਦੇ ਬਾਰੇ ਤਾਂ ਗੁਰਬਾਣੀ ਵਿੱਚ ਆਖਿਆ ਕਿ ਦੁੱਖ ਦਾਰੂ ਸੁਖ ਰੋਗ ਪਿਆ, ਜਾਂ ਕਿਤੇ ਦੁੱਖ ਭੂ ਸਦ ਮਾਰ, ਇਹ ਭੇਦਾਤ ਤੇਰੀ ਦਾਤਾਰ। ਇਹ ਗੁਰਬਾਣੀ ਦਾ ਨਜ਼ਰੀਆ, ਦ੍ਰਿਸ਼ਟੀਕੋਣ ਆ। ਤੋ ਇਸ ਲਈ ਜਦੋਂ ਮਹਾਰਾਜ ਕਹਿੰਦੇ ਆ ਕਿ ਪ੍ਰਭ ਕੈ ਸਿਮਰ ਦੁੱਖ ਨਾ ਸੰਤਾਪੈ, ਕਿ ਪ੍ਰਭੂ ਦੇ ਸਿਮਰਨ ਹੋਊਗਾ ਕਿ ਇਹ ਨਹੀਂ ਕਿ ਦੁੱਖ ਤਕਲੀਫਾਂ ਨਹੀਂ ਆਉਣਗੀਆਂ, ਮੁਸ਼ਕਲਾਂ ਨਹੀਂ ਆਉਣਗੀਆਂ, ਸਮੱਸਿਆ ਨਹੀਂ ਆਉਣਗੀਆਂ, ਇਹ ਸਭ ਕੁਝ ਆਉਣਗੀਆਂ, ਪਰ ਕੋਈ ਮੁਸ਼ਕਲ ਸਾਨੂੰ ਢੁਲਾ ਨਹੀਂ ਸਕੂਗੀ। ਅਸੀਂ ਹਰ परिस्थिति ਵਿੱਚ ਅਡੋਲ ਰਹਾਂਗੇ। ਇਸ ਲਈ ਸਾਨੂੰ ਬਾਣੀ ਵਿੱਚੋਂ ਇਹ ਪੱਖ ਜਿਹੜੇ ਆ ਇਹ ਸਮਝਣ ਦੀ ਲੋੜ ਆ ਜੀ। ਠੀਕ ਹੈ, ਤੁਸੀਂ ਬਹੁਤ ਚੰਗੇ ਤਰੀਕੇ ਨਾਲ ਦੁੱਖ ਦੀ ਪਰਿਭਾਸ਼ਾ ਤੇ ਸਾਰਾ ਕੀਤਾ। ਇਹਦੇ ਵਿੱਚੋਂ ਵੈਸੇ ਤਾਂ 2-3 ਹੋਰ ਅੱਗੋਂ ਕੁਐਸਚਨ ਉੱਠੇ ਕਿ ਤੁਸੀਂ ਆਪ ਹੀ ਕਿਹਾ ਕਿ ਹੁਕਮ ਬਾਰੇ, ਫਿਰ ਹੁਕਮ ਦੀ ਅਸੈਪਟੈਂਸ, ਕਿ ਅਸੀਂ ਉਸ ਹੁਕਮ ਨੂੰ ਮੰਨਦੇ ਹਾਂ ਕਿ ਨਹੀਂ ਮੰਨਦੇ, ਅਸੀਂ ਉਹਨੂੰ ਅਸੈਪਟ ਕੀਤਾ ਕਿ ਨਹੀਂ ਕੀਤਾ। ਔਰ ਤੀਸਰਾ ਜਿਹੜਾ ਸੰਤੋਖ ਬਾਰੇ ਜਿਹੜੀ ਗੱਲ ਤੁਸੀਂ ਕੀਤੀ ਅਖੀਰ ਵਿੱਚ ਵੀ, ਜਿੱਦਾਂ ਅਸੀਂ ਕਹਿੰਦੇ ਹਾਂ ਥਾਲ ਵਿੱਚ 3 ਵਸਤੂ ਪਈ, ਉਹ 7 ਉੱਤੇ ਫਿਰ ਸੰਤੋਖ ਨੂੰ ਇੰਪੋਰਟੈਂਸ ਦਿੱਤੀ ਗਈ ਜੀ। ਸੋ ਉਹ ਸੰਤੋਖ ਨਾ ਹੋਣ ਕਰਕੇ ਵੀ ਦੁੱਖ ਹੋ ਸਕਦੇ ਆ। ਸੋ ਅਸੀਂ ਆਉਣ ਵਾਲੇ ਪ੍ਰੋਗਰਾਮਾਂ ਵਿੱਚ ਇਹਨਾਂ ਬਾਰੇ ਵੀ ਗੱਲ ਕਰਾਂਗੇ। ਸੋ ਭਾਈ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਰਿਆਂ ਨੂੰ ਅਸੀਂ ਦੇਖਣ ਵਾਲਿਆਂ ਨੂੰ ਫਿਰ ਤੋਂ ਰਿਕੁਐਸਟ ਕਰਦੇ ਹਾਂ, ਐਸੇ ਕਮੈਂਟ ਕਰਿਆ ਕਰੋ, ਸ਼ੇਅਰ ਕਰਿਆ ਕਰੋ, ਲਾਈਕ ਕਰਿਆ ਕਰੋ ਤੇ ਅੱਗੇ ਵਧਾਓ ਤਾਂ ਕਿ ਅਸੀਂ ਕਰੀਏ। ਭਾਈ ਸਾਹਿਬ ਤੁਹਾਡਾ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।